अभी भी वो खून के कतरे जो अदनान को जहाँ पर जो एक कत्ल किया गया, ये कतरे अभी तक यहाँ पर पड़े हुए हैं। अच्छा जी, जिन्नियां भी तुसां ये गल्लां कीतियां ने, ਤੁਸੀਂ ਇਹ ਹਲਫਨ ਰੱਬ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਆ, ਬਿਲਕੁਲ ਸੱਚੀਆਂ ਕੀਤੀਆਂ। ਅਗਲੇ ਆਦ ਉਹਦਾ ਇੱਕ ਛੋਟਾ ਭਾਈ ਆਇਆ ਅਦਨਾਨ ਦਾ, ਠੀਕ ਹੈ। ਉਹਨੇ ਐਡੀ ਲੰਮੀ ਛੁਰੀ ਫੜੀ ਏ, ਉਹ ਮੈਨੂੰ ਮਾਰਨ ਲੱਗਿਆ। ਮੈਂ ਧੀ ਦੇ ਕੇ ਪੁੱਤਰ ਬਣਾਇਆ ਸੀ, ਉਹ ਮੇਰਾ ਪੁੱਤਰ ਸੀ, ਉਹਨਾਂ ਜੰਮਿਆ ਪਾਲਿਆ ਸੀ, ਉਹ ਜੋ ਮਰਜ਼ੀ ਆਖਾਂ। ਮੇਰੇ ਤਾਏ ਦੀਆਂ ਦੋ ਨੂੰਹਾਂ ਗਈਆਂ ਨੇ ਨਾਲ, ਮੇਰੀਆਂ ਭਰਜਾਈਆਂ ਦੋ ਗਈਆਂ ਨੇ, ਉਸ ਤੋਂ ਬਾਅਦ ਨਾਲ ਦੋ ਚਾਚੇ ਹਨ, ਉਹ ਗਏ ਨੇ ਨਾਲ। ਉਹਨਾਂ ਸਾਡੀ ਕੋਈ ਗੱਲ ਨਹੀਂ ਸੁਣੀ, ਜਾਂਦਿਆਂ ਸਾਰੇ ਸਾਨੂੰ ਉਹਨਾਂ ਮਾਰਨਾ ਸ਼ੁਰੂ ਕਰ ਦਿੱਤਾ। ਨਾਬ ਉਹਨੇ ਮੇਰਾ ਜਵਾਈ ਮਾਰਿਆ, ਕਦੇ ਨਹੀਂ ਜਾਗ ਸਕਦਾ। ਹਾਂ, ਭਾਵੇਂ ਫਾਇ ਲੱਗ ਜਾਏ, ਜਾਂਦਾ ਤੇ ਜਾਏ। ਹਾਂਜੀ, ਮੇਰਾ ਕੁਝ ਨਹੀਂ ਉਹ ਲੱਗਦਾ। ਹਾਂ, ਉਹਨਾਂ ਦੀਆਂ ਧੀਆਂ ਹੁੰਦੀਆਂ ਤੇ ਨਿਜ਼ਾਮ ਨਾ ਲਾਂਦੇ। ਸਹੀ ਹੈ। ਆ ਧੀਆਂ ਕਿਸੇ ਤਰ੍ਹਾਂ ਦੀਆਂ ਵੀ ਹੋਣ, ਕਾਤਲਾਂ ਦੀਆਂ ਵੀ ਹੋਣ, ਕਿੰਜ ਦੀਆਂ ਵੀ, ਉਹ ਸਾਂਝੀਆਂ ਹੁੰਦੀਆਂ। ਪੁੱਤਰਾਂ ਦੀਆਂ ਰੀਝਾਂ ਨੇ ਲਾਈਆਂ, ਜਿਵੇਂ ਮੈਂ ਆਪਣੀਆਂ ਧੀਆਂ ਦੀਆਂ ਲਾਈਆਂ ਨੇ। ਸਹੀ ਹੈ। ਮੈਂ ਕਿੱਲਾ ਪੈਲੀ ਆ, ਸਾਰੇ ਪਿੰਡ ਨੂੰ ਪਤਾ। ਹਾਂ, ਮੈਂ ਕਿੱਲਾ ਪੈਲੀ ਵੇਚੀ। ਅੱਛਾ ਜੀ, ਜਦੋਂ ਤੁਸੀਂ ਆਪਣੀ ਬੇਟੀ ਨੂੰ ਦੀ ਸ਼ਾਦੀ ਕੀਤੀ ਹੈ, ਹਾਂਜੀ। ਜਿਹੜਾ ਜਹੇਜ਼ ਦਾ ਸਮਾਨ ਹੁੰਦਾ ਹੈ ਸਾਰਾ, ਉਹ ਸਾਰਾ ਹੀ ਦੇ ਕੇ ਤੁਸੀਂ ਭੇਜਿਆ ਸੀ? ਸਾਰਾ ਹੀ ਲਾ ਕੇ ਆਏ ਟੋਟਲ ਹਾਂ। ਚੀਜ਼ਾਂ ਸਾਰੀਆਂ ਭੇਜੀਆਂ? ਹਰ ਸ਼ੈ, ਮੰਜੀਆਂ ਪੀੜੇ ਜੋ ਵੀ ਹੁੰਦਾ, ਹਾਂ, ਹਰ ਸ਼ੈ ਦਿੱਤੀ ਹੈ ਮੈਂ। ਮਤਲਬ ਆਪਣੀ ਕੁਵਤ ਤੋਂ ਜ਼ਿਆਦਾ ਕੁਝ ਦਿੱਤਾ ਬੇਟੀ ਨੂੰ? ਮੈਂ ਪਿਆ ਨਾ ਆਇਆ, ਮੇਰੇ ਚਾਚੇ ਬਾਬੇ ਸਾਰੇ ਨੇ। ਮੈਂ ਇਸ ਰੁਕ ਪੁੱਤਰਾਂ ਦੀਆਂ ਰੀਝਾਂ ਨੇ ਲਾਈਆਂ, ਜਿਵੇਂ ਮੈਂ ਆਪਣੀਆਂ ਧੀਆਂ ਦੀਆਂ ਲਾਈਆਂ ਨੇ। ਸਹੀ ਹੈ। ਮੈਂ ਕਿੱਲਾ ਪੈਲੀ ਆ, ਸਾਰੇ ਪਿੰਡ ਨੂੰ ਪਤਾ। ਹਾਂ। ਮੈਂ ਕਿੱਲਾ ਪੈਲੀ ਵੇਚੀ ਹੈ। ਮੈਂ ਉਹਨਾਂ ਦਾ ਹਰ ਕੰਮ ਹੀ ਮੈਂ ਸੋਹਣਾ ਕੀਤਾ। ਸਹੀ ਹੈ। ਜਿਹੜੀ ਸ਼ੈ ਮੇਰੀਆਂ ਧੀਆਂ ਮੰਗੀ ਹੈ, ਮੈਂ ਉਹੀ ਲੈ ਦਿੱਤੀ। ਸਹੀ ਹੈ। ਹਾਂ। ਅੱਛਾ ਚਾਚਾ ਜੀ, ਹਰ ਬਾਪ ਦਾ ਅਰਮਾਨ ਹੁੰਦਾ ਹੈ ਕਿ ਆਪਣੀ ਧੀ ਨੂੰ ਬਰੂਆਂ ਤੋਂ ਉਠਾਏ ਤੇ ਉਹਦੀ ਸ਼ਾਦੀ ਕਰੇ, ਕਿ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਹਯਾਤੀ ਦੇ ਵਿੱਚ ਉਹਦਾ ਜਿਹੜਾ ਫਰਜ਼ ਹੈ ਉਹ ਅਦਾ ਕਰ ਦੇਵੇ। ਤੇ ਕੀ ਤੁਸੀਂ ਇਸ ਮਾਮਲੇ 'ਚ ਕੀ ਕਹੋਗੇ ਕਿ ਅੱਲਾ ਨੇ ਤੁਹਾਨੂੰ ਕਿੱਡੇ ਵੱਡੇ ਇਮਤਿਹਾਨ 'ਚ ਪਾਤਾ? ਇੱਕ ਤੇ ਤੁਹਾਡਾ ਦਮਾਦ ਤੁਹਾਡੀ ਦਲੀਲ ਤੇ ਕਤਲ ਹੋ ਗਿਆ, ਜਿਹੜੀ ਤੁਹਾਡੀ ਬੇਟੀ ਸੀ ਉਹ ਇੱਕੋ ਦਿਨ ਦੇ ਵਿੱਚ ਹੀ ਵਿਆਹ ਹੋ ਕੇ ਤੇ ਤੁਹਾਡੇ ਘਰ ਤੁਹਾਡੀਆਂ ਬਰੂਆਂ ਤੇ ਬਹਿ ਗਈ। ਇਹ ਜੀ ਮੇਰਾ ਅੱਲਾ ਤੇ ਹੀ ਡੋਰੀਆਂ। ਹਾਂ। ਹਾਂਜੀ, ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਮੈਂ ਧੀ ਦੇ ਕੇ ਪੁੱਤਰ ਬਣਾਇਆ ਸੀ, ਉਹ ਮੇਰਾ ਪੁੱਤਰ ਸੀ, ਉਹਨਾਂ ਜੰਮਿਆ ਪਾਲਿਆ ਸੀ, ਉਹ ਜੋ ਮਰਜ਼ੀ ਆਖਾਂ। ਸਹੀ ਹੈ। ਉਹਨਾਂ ਦਾ ਪੁੱਤਰ ਸੀ, ਉਹਨਾਂ ਕੋਲੋਂ ਮੈਂ ਖੈਰੀ ਮੇਰੀ ਲੈ ਕੇ ਗਿਆ ਸਾਂ। ਚਲੋ ਇੱਕ ਉਹਨਾਂ ਦਾ ਨੁਕਸਾਨ ਤੇ ਹੋ ਗਿਆ, ਲੇਕਿਨ ਕਿਸੇ ਦੀ ਧੀ ਤੇ ਐਡਾ ਵੱਡਾ ਇਲਜ਼ਾਮ ਉਹਨਾਂ ਕਿਉਂ ਲਾਤਾ ਚਾਚਾ ਜੀ? ਉਹ ਧੀਆਂ ਵਾਲੇ ਨਹੀਂ ਨਾ। ਹਾਂ। ਉਹਨਾਂ ਦੀਆਂ ਧੀਆਂ ਹੁੰਦੀਆਂ ਤੇ ਨਿਜ਼ਾਮ ਨਾ ਲਾਂਦੇ। ਸਹੀ ਹੈ। ਆ ਧੀਆਂ ਕਿਸੇ ਤਰ੍ਹਾਂ ਦੀਆਂ ਵੀ ਹੋਣ, ਕਾਤਲਾਂ ਦੀਆਂ ਵੀ ਹੋਣ, ਕਿੰਜ ਦੀਆਂ ਵੀ, ਉਹ ਸਾਂਝੀਆਂ ਹੁੰਦੀਆਂ ਨੇ। ਅੱਛਾ। ਹਾਂ। ਉਹਨਾਂ ਦੀਆਂ ਧੀਆਂ ਹੁੰਦੀਆਂ ਤੇ ਨਿਜ਼ਾਮ ਨਾ ਲਾਂਦੇ। ਸਹੀ ਹੈ। ਆ ਧੀਆਂ ਕਿਸੇ ਤਰ੍ਹਾਂ ਦੀਆਂ ਵੀ ਹੋਣ, ਕਾਤਲਾਂ ਦੀਆਂ ਵੀ ਹੋਣ, ਕਿੰਜ ਦੀਆਂ ਵੀ, ਉਹ ਸਾਂਝੀਆਂ ਹੁੰਦੀਆਂ ਨੇ। ਅੱਛਾ ਬੂਟਾ, ਹੁਣ ਉਹਨੇ ਜ਼ੁਲਮ ਤੇ ਕੀਤਾ ਬੜਾ, ਤੁਹਾਡੇ ਨਾਲ ਵੀ ਤੇ ਉਹਨਾਂ ਨਾਲ ਵੀ। ਤੁਹਾਡੀਆਂ ਹਮਦਰਦੀਆਂ, ਤੁਹਾਡਾ ਭਣੇਵਾਂ ਵੀ ਲੱਗਦਾ ਹੈ, ਕਿਸੇ ਵੇਲੇ ਜਾਗ ਸਕਦੀ ਤੁਹਾਡੇ ਅੰਦਰੋਂ ਮਾਮੇ ਦੀ ਮਮਤਾ ਜਿਹੜੀ ਹੁੰਦੀ ਹੈ ਕਿ ਬੂਟੇ ਵਾਸਤੇ? ਨਾ ਜਨਾਬ, ਉਹਨੇ ਮੇਰਾ ਜਵਾਈ ਮਾਰਿਆ, ਕਦੇ ਨਹੀਂ ਜਾਗ ਸਕਦੀ। ਹਾਂ, ਭਾਵੇਂ ਫਾਇ ਲੱਗ ਜਾਏ। ਜਾਂਦਾ ਤੇ ਜਾਏ। ਹਾਂਜੀ, ਮੇਰਾ ਕੁਝ ਨਹੀਂ ਉਹ ਲੱਗਦਾ। ਸਹੀ ਹੈ। ਹਾਂ। ਤੇ ਫਿਰ ਤੁਸੀਂ ਜਦੋਂ ਉਹਦੇ ਨਾਲ ਸਾਰਾ ਇਨਸੀਡੈਂਟ ਹੋ ਗਿਆ ਤੇ ਤੁਸੀਂ ਉਹਨਾਂ ਦੇ ਘਰ ਗਏ? ਅਸੀਂ ਜਨਾਬ ਫੋਨ ਕੀਤਾ, ਇਹਨਾਂ ਬੱਚਿਆਂ ਨੂੰ ਮੈਂ ਆਖਿਆ, ਇਹਨਾਂ ਨੂੰ ਲਓ, ਮਾਂ ਨੂੰ ਭੈਣ ਨੂੰ ਨਾਲ ਲਵੋ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਦੱਸੋ। ਠੀਕ ਹੈ। ਇਹ ਸਾਰੇ ਗਏ ਨੇ, ਮੇਰੇ ਜੀ ਗਏ ਨੇ, ਉਹਦੀ ਭੈਣ ਗਈ ਹੈ, ਮੇਰੀਆਂ ਦੋ ਨੂੰਹਾਂ ਗਈਆਂ ਨੇ, ਮੇਰਾ ਵੱਡਾ ਪੁੱਤਰ ਗਿਆ, ਉਹਨਾਂ ਦੇ ਦੋ ਚਾਚੇ ਗਏ ਨੇ। ਅੱਛਾ। ਉਹਨਾਂ ਜਾਂਦਿਆਂ ਜਿਹੜਾ ਇਹਨਾਂ ਨਾਲ ਸਲੂਕ ਕੀਤਾ, ਉਦੋਂ ਅਸੀਂ ਕੋਈ ਨਾਲ ਡਸਕਿਓਂ ਜਾਂਦੇ ਸਾਂ ਪਏ। ਅੱਛਾ। ਉਹ ਅੱਲਾ ਨੂੰ ਪਤਾ ਜਾਂ ਇਹਨਾਂ ਨੂੰ, ਕੀ ਸਲੂਕ ਕੀਤਾ ਉਹਨਾਂ? ਅੱਲਾ ਨੂੰ ਪਤਾ ਜਾਂ ਇਹਨਾਂ ਨੂੰ ਪਤਾ, ਅਸੀਂ ਤੇ ਬੱਚੇ ਦੇ ਨਾਲ ਹੀ ਸਾਂ। ਅੱਛਾ ਵੈਸੇ ਬਈ, ਤੁਸੀਂ ਜਦੋਂ ਉਹਨਾਂ ਨਾਲ ਵਕੂਆ ਹੋ ਗਿਆ, ਉਹਨਾਂ ਦਾ ਬੇਟਾ ਮਰਡਰ ਹੋ ਗਿਆ, ਕਤਲ ਹੋਇਆ, ਫਿਰ ਤੁਸੀਂ ਉਹਨਾਂ ਦੇ ਘਰ ਗਏ? ਬਿਲਕੁਲ ਭਾਜੀ, ਉਹਨਾਂ ਦੇ ਘਰ ਕਿਹਨੂੰ ਮਿਲੇ ਤੁਸੀਂ ਜਾ ਕੇ? ਉਹਨਾਂ ਦੇ ਚਾਚੇ ਹਨ, ਅੱਛਾ। ਚਾਚਾ ਹੀ ਉਹਦਾ ਭਾਈ ਹਨ, ਸਾਰੇ ਟੋਟਲ ਉਹਨਾਂ ਦੇ ਪਿੰਡ ਵਾਲੇ ਉੱਥੇ ਮੌਜੂਦ ਹਨ। ਠੀਕ ਹੈ। ਉਹਨਾਂ ਭਾਜੀ ਕਿਸੇ ਕਿਸਮ ਦਾ ਨਾਲ ਕੋਈ ਪਿਆਰ ਨਹੀਂ ਕੀਤਾ, ਜਾਂਦਿਆਂ ਸਾਰੇ ਨਾ ਸਾਡੇ ਨਾਲ ਮਾਰਨੇ ਸ਼ੁਰੂ ਕਰ ਦਿੱਤੇ। ਕੌਣ ਕੌਣ ਤੁਸੀਂ ਗਏ? ਮੈਂ ਗਿਆ, ਮੇਰੀ ਅੰਮੀ ਗਏ ਨੇ, ਮੇਰੀ ਭੈਣ ਛੋਟੀ ਗੰਜੀ ਜਿਹਦੀ ਸ਼ਾਦੀ ਹੋਈ ਜਿਹੜੀ ਹੈ, ਸ਼ਾਦੀ ਹੋਈ ਸੀ ਉਹ ਵੀ ਗਏ? ਉਹ ਵੀ ਗਏ ਨੇ। ਠੀਕ, ਉਸ ਤੋਂ ਬਾਅਦ ਮੇਰੇ ਤਾਏ ਦੀਆਂ ਦੋ ਨੂੰਹਾਂ ਗਈਆਂ ਨੇ ਨਾਲ, ਮੇਰੀਆਂ ਭਰਜਾਈਆਂ ਦੋ ਗਈਆਂ ਨੇ। ਉਸ ਤੋਂ ਬਾਅਦ ਨਾਲ ਦੋ ਚਾਚੇ ਹਨ, ਉਹ ਗਏ ਨੇ ਨਾਲ। ਉਹਨਾਂ ਸਾਡੀ ਕੋਈ ਗੱਲ ਨਹੀਂ ਸੁਣੀ, ਜਾਂਦਿਆਂ ਸਾਰੇ ਸਾਨੂੰ ਉਹਨਾਂ ਮਾਰਨਾ ਸ਼ੁਰੂ ਕਰ ਦਿੱਤਾ। ਜਿਹੜੇ ਖਵਾਤੀਨ ਨਾਲ ਸਨ ਉਹਨਾਂ ਨੂੰ ਵੀ ਮਾਰਿਆ? ਉਹਨਾਂ ਨੇ ਵੀ ਮਾਰਿਆ, ਬਿਨਾਂ ਸ਼ੱਕ ਉਹ ਖਵਾਤੀਨ ਇੱਥੇ ਮੌਜੂਦ ਨੇ। ਤੁਸੀਂ ਉਹਨਾਂ ਨੂੰ ਵੇਖੋ, ਹਈਏ ਤੱਕ ਉਹਨਾਂ ਦੇ ਬਾਹਾਂ ਦੇ ਨੀਲ, ਹਈਏ ਤੱਕ ਨੀਲ, ਇਹਨਾਂ ਕੋ ਨਾ ਬੇਦਰਦੀ ਨਾਲ ਮਾਰਿਆ, ਨਾ ਕਿਸੇ ਕਿਸਮ ਦਾ ਨਾ ਲਿਹਾਜ਼ ਨਹੀਂ ਕੀਤਾ ਸਾਡੇ ਨਾਲ। ਤੁਹਾਨੂੰ ਵੀ ਮਾਰਿਆ? ਬਿਲਕੁਲ ਬੜਾ ਜਿਹਾ ਮਾਰਿਆ ਭਾਜੀ। ਸਭ ਉਥੋਂ ਮਾਰ ਖਾਂਦੇ ਨੂੰ ਉਹਨਾਂ ਦੇ ਪਿੰਡ ਵਾਲਿਆਂ ਨੇ ਦੂਸਰੇ ਘਰ 'ਚ ਲਿਆ ਕੇ ਬਿਠਾਇਆ। ਬਿਠਾ ਕੇ ਲਿਆ ਤੇ ਉਹਦਾ ਇੱਕ ਛੋਟਾ ਭਾਈ ਆਇਆ ਅਦਨਾਨ ਦਾ। ਠੀਕ ਹੈ। ਉਹਨੇ ਐਡੀ ਲੰਮੀ ਛੁਰੀ ਫੜੀ ਏ, ਉਹ ਮੈਨੂੰ ਮਾਰਨ ਲੱਗਿਆ।
ਉਸ ਤੋਂ ਬਾਅਦ ਮਾਰਨ ਲੱਗਾ ਤੇ ਦੋ ਜਿਹੜੇ ਬੰਦੇ ਹਨ ਜਿਨ੍ਹਾਂ ਦੀ ਬੈਠ ਕੇ ਮੈਨੂੰ ਉਹਨਾਂ ਬਿਠਾਇਆ ਸੀ ਉਹਨਾਂ ਫੜਿਆ ਮਹਾਂ ਉਹਨੂੰ। ਫਿਰ ਉਸ ਤੋਂ ਬਾਅਦ ਮੈਨੂੰ ਉਹਨਾਂ ਪਿਛਲੇ ਅੰਦਰ ਜਾ ਕੇ ਡੱਕ ਦਿੱਤਾ। ਉੱਥੋਂ ਫਿਰ ਕੋਈ ਘੰਟਾ ਕੁ ਲੰਘਿਆ, ਫਿਰ ਪੁਲਿਸ ਆਈ, ਉਹਨਾਂ ਮੈਨੂੰ ਫਿਰ ਉਹਨਾਂ ਫੜਾ ਦਿੱਤਾ। ਠੀਕ ਹੈ, ਪੁਲਿਸ ਉੱਥੇ ਮੌਕੇ ਤੇ ਆਈ, ਹਾਂਜੀ ਫਿਰ ਤੁਹਾਡੀ ਜਾਨ ਛੁੱਟੀ ਉੱਥੋਂ? ਬਿਲਕੁਲ, ਪੁਲਿਸ ਬਿਨਾਂ ਨਹੀਂ ਜਾਨ ਛੁੱਟੀ, ਪੁਲਿਸ ਆਈ ਤੇ ਫਿਰ ਮੇਰੀ ਜਾਨ ਛੁੱਟੀ। ਹੁਣ FIR ਕਿੰਨੇ ਲੋਕਾਂ ਤੇ ਵੇ? FIR ਇੱਕ ਮੇਰੀ ਸਿਸਟਰ ਤੇ ਵੇ, ਹਾਂ ਉਹਨਾਂ ਨੇ ਜਿਹੜੀ ਕਰਾਈ ਹੈ, ਠੀਕ ਹੈ। ਤੇ ਇੱਕ ਮੁਹੰਮਦ ਬੂਟੇ ਤੇ ਵੇ। ਦੋ ਨੇ ਨਾਮਜ਼ਦ? ਹਾਂਜੀ, ਇੱਕ ਨਾਮ ਲੋ ਮੈਂ। ਇੱਕ ਨਾਮ ਲੋ ਮੈਂ, ਹਾਂਜੀ ਠੀਕ ਹੈ। ਅੱਛਾ ਚਾਚਾ ਜੀ, ਜਿੰਨੀਆਂ ਵੀ ਤੁਸੀਂ ਇਹ ਗੱਲਾਂ ਕੀਤੀਆਂ ਨੇ, ਤੁਸੀਂ ਇਹ ਹਲਫਨ ਰੱਬ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਆ ਬਿਲਕੁਲ ਸੱਚੀਆਂ ਕੀਤੀਆਂ? ਮੈਂ ਪਿਆਨਾ ਪੁੱਤਰ ਲਾ ਇਲਾਹਾ ਇਲੱਲ੍ਲਾਹ ਮੁਹੰਮਦ ਰਸੂਲੁল্লাਹ, ਮੇਰੇ ਤੇ ਨਾਮ ਹੀ ਤੈਨੂੰ ਤਬਾਰ ਹੋਏ। ਇਹ ਸਾਰੇ ਭੈਣ ਭਰਾ ਖਲੋਤੇ ਨੇ, ਇਹਨਾਂ ਨੂੰ ਹਰ ਗੱਲ ਦਾ ਪਤਾ ਹੈ। ਇਹ ਜਦੋਂ 11:30 ਵਜੇ ਆਏ ਆ ਇੱਥੇ ਲੱਥੇ, ਇਹਨਾਂ ਦੀਆਂ ਬੱਚੀਆਂ ਮੇਰੇ ਨਾਲ ਗਈਆਂ ਸਨ। ਆਪੋ ਆਪਣੀ ਔਲਾਦ ਨੂੰ ਲੈਣ ਲਈ ਮਾਂ ਪਿਓ ਡੀਕਦਾ ਤੇ ਆਈ ਹੈ ਨਾ ਜੀ। ਇਹ ਸਾਰੇ ਇੱਥੇ ਮੌਜੂਦ ਸਨ। ਹਾਂ, ਜਿਹੜੀ ਵੀ ਗੱਲ ਕੀਤੀ ਇਹ ਸੱਚੀ ਕੀਤੀ ਹੈ। ਜੀ ਨਾਜ਼ਰੀਨ, ਜੀ ਕੀ ਕਹਿਣਾ ਭਾਈ ਚਾਹੁੰਦੇ? ਇਹ ਸਾਰੇ ਸਾਡੇ ਚਾਚੇ ਬਾਬੇ ਸਾਰੇ ਮੌਜੂਦ ਨੇ ਤੁਹਾਡੇ ਕੋਲ, ਬਿਨਾਂ ਸ਼ੱਕ ਸਾਡੇ ਤੇ ਨਹੀਂ ਇਤਬਾਰ, ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ। ਸਹੀ ਹੈ। ਸਾਰਾ ਪਿੰਡ ਕੋਲ ਮੌਜੂਦ ਹੈ। ਤੁਸੀਂ ਤੁਹਾਡੇ ਚੋਂ ਕਿਹੜਾ ਕਿਹੜਾ ਫੜਿਆ ਗਿਆ ਸੀ? ਮੇਰੇ ਅੱਬੂ ਫੜੇ ਗਏ ਨੇ, ਅਸੀਂ ਤਿੰਨ ਭਾਈ ਅਸੀਂ ਤੇ ਵਾਲਾ ਸਾਹਿਬ 4 ਤੇ ਇੱਕ ਮੇਰਾ ਤਾਏ ਦਾ ਬੇਟਾ, ਤੇ 3 ਭਰਾ ਤੇ ਚੌਥੇ ਤੁਹਾਡੇ ਵਾਲਦ ਸਾਹਿਬ ਤੇ ਹੋਰ ਤਾਏ ਦਾ ਬੇਟਾ, 5 ਬੰਦੇ ਫੜੇ ਗਏ। 5 ਬੰਦੇ ਫੜੇ ਗਏ। ਅਸੀਂ ਨਾਲ ਲੈ ਕੇ ਗਏ ਸਗੋਂ ਉਹਨੂੰ ਬਚਾਉਣ ਲਈ, ਹਾਂ। ਤੇ ਇਹਨਾਂ ਸਾਨੂੰ ਹੀ ਉੱਥੇ ਜਨਾਬ ਫੜ ਕੇ ਅੰਦਰ ਦਵਾ ਕੇ, ਇੰਨੇ ਯਕੀਨ ਮੰਨੋ ਕੋਈ 30 ਤੋਂ 40 ਬੰਦੇ ਹਨ ਜਿਹੜੇ, ਮੈਂ ਧੀਦੋ ਵਾਲੀ ਹਾਂ ਬਕਾਇਆ ਉੱਥੇ ਮੌਜੂਦ ਹਨ। ਉਹਨਾਂ 30 ਤੋਂ 40 ਬੰਦੇ ਹਨ ਜਿਹੜੇ ਇਹਨਾਂ ਨੂੰ ਸੋਟੇ ਲੈ ਕੇ ਮਾਰਨ ਪੈਂਦੇ ਹਨ। ਉੱਥੇ ਗੁਜਰਾਂ ਵਾਲੇ ਹਸਪਤਾਲ ਦੇ ਵਿੱਚ ਇਹਨਾਂ ਨੂੰ ਅੱਛਾ ਅਮਲੇ ਨੇ ਬਚਾਇਆ, ਨਹੀਂ ਤੇ ਇਹਨਾਂ ਨੂੰ ਮਾਰਛਣ ਲੱਗੇ ਹਨ। ਅੱਛਾ, ਤੇ ਬਈ ਆਪਣਾ ਤੁਹਾਡੀ ਜਿਹੜੀ ਸਿਸਟਰ ਹੈ ਅਲਫਾ ਸਵੇਰਾ, ਉਹ ਵੀ ਗ੍ਰਿਫਤਾਰ ਹੈ ਇਸ ਟਾਈਮ? ਨਹੀਂ ਨਹੀਂ ਗ੍ਰਿਫਤਾਰ। ਹਾਂ, ਨਹੀਂ ਉਹ ਨਹੀਂ। ਤੇ ਤੁਹਾਨੂੰ 5 ਬੰਦਿਆਂ ਨੂੰ ਕਿਸ ਬੇਸ ਤੇ ਪੁਲਿਸ ਵਾਲਿਆਂ ਛੱਡਿਆ, ਕੀ ਕਹਿ ਕੇ? ਉਹ ਬੂਟਾ ਪੇਸ਼ ਹੋ ਗਿਆ, ਅਸਲ ਜਿਹੜਾ ਮੁਜਰਮ ਹੈ ਨਾ, ਕਾਤਲ ਅਦਨਾਨ ਦਾ, ਉਹ ਫੜਕਤ ਹੈ, ਇਹਦੀ ਵਜ੍ਹਾ ਨਾਲ ਹੀ ਛੁੱਟੇ। ਉਹਨੇ ਆਪਣੇ ਜੁਰਮ ਦਾ ਇਤਰਾਫ ਕਰ ਲਿਆ। ਹਾਂਜੀ, ਉਹਨਾਂ ਲੈ ਕੇ ਮੋਬਾਈਲ ਹਾਂ, ਉਹਦੇ ਡੇਟੇ ਛੇਟੇ ਕੱਢ ਕੇ, ਉਹਦੀ ਕੋਈ ਗੱਲਬਾਤ ਨਹੀਂ, ਸਹੀ ਹੈ। ਉਹਨਾਂ ਤਾਂ ਸਾਨੂੰ ਛੱਡਿਆ ਸੀ। ਤੇ ਬੂਟੇ ਨੇ ਇਹ ਗੱਲ ਜਿਹੜੀ ਉਹਨਾਂ ਤੋਂ ਇਲਜ਼ਾਮ ਲਗਾਇਆ ਤੁਹਾਡੀ ਬੇਟੀ ਤੇ, ਉਹ ਤੁਹਾਡੀ ਬੇਟੀ ਦੇ ਮੁਤਲਕਾ ਬੂਟੇ ਨੇ ਕੀ ਕਿਹਾ ਸੀ ਕਿ ਮੇਰਾ ਕੀ ਰਿਸ਼ਤਾ ਹੈ ਅਲਫਾ ਸਵੇਰਾ ਦੇ ਨਾਲ? ਉਹਨਾਂ ਪੁੱਛਿਆ ਤੇ ਤੈਨੂੰ ਜਦੋਂ ਪੇਸ਼ ਹੋਇਆ ਬਹਿ ਕੇ ਉਧਰ ਹੀ, ਉਹਨੇ ਆਖਿਆ ਮੇਰੀਆਂ 3 ਭੈਣਾਂ ਨੇ, ਚੌਥੀ ਇਹ ਵੀ ਮੇਰਾ ਇਹਨਾਂ ਦਾ ਕੋਈ ਨਹੀਂ ਗੇਤਰਾ। ਹਾਂ, ਇਹ ਸਾਡੀ ਜਿਹੜੀ ਆ ਸੀਟ ਤੋਂ ਗੱਲ ਹੋਈ ਹੈ, ਇੱਥੋਂ ਬਸ ਵੱਧ ਗਈ ਹੈ। ਉਥੋਂ ਮੈਂ ਜ਼ੇਨ ਬਣਾ ਲਿਆ। ਤੇ ਬੂਟੇ ਦੀ ਉਮਰ ਕਿੰਨੀ ਕੁ ਹੈ? ਬੂਟੇ ਦੀ ਉਮਰ ਹੋਣੀ ਹੈ ਕੋਈ 18 19 ਕੁ ਸਾਲ। ਤੇ ਤੁਹਾਡੀ ਬੇਟੀ ਦੀ ਉਮਰ ਕਿੰਨੀ ਸੀ? ਉਹਦੀ ਹੋਣੀ ਹੈ ਕੋਈ 20 22 ਸਾਲ। ਸਹੀ ਹੈ। ਮਤਲਬ ਤੁਹਾਡੇ ਘਰ ਦਾ ਆਣ ਜਾਣ ਸੀ ਤੇ ਭੈਣਾਂ ਭਰਾਵਾਂ ਵਾਂਗੂ ਰਹਿੰਦੇ ਸੀ? ਭੈਣਾਂ ਭਰਾਵਾਂ ਵਾਂਗੂ ਆਉਣ ਜਾਣ ਨਹੀਂ ਸੀ। ਹਾਂ, ਆਉਣ ਜਾਣ ਨਹੀਂ ਸੀ। ਸਹੀ। ਤੇ ਉਂਝ ਇਹ ਵੇ ਹੋਰ ਕੋਈ ਗੱਲਬਾਤ ਨਹੀਂ ਸੀ ਕੋਈ ਕਿਸੇ तरह दी ਕਿਸੇ ਦੀ। ਆ ਚਾਚੇ बाबे ने सब ने पूछ लो। जी नाज़रीन, बिल्कुल मुकम्मल हकायक जो हैं वो आप लोगों ने जाने हैं उसी गांव में, मंड गांव में मौजूद। और अल्फा सवेरा का जो वालिद है उसने और उसके भाई ने जो बताए हैं, सबसे ज़्यादा जो जुल्म का शिकार फैमिली इस वक्त मेरी नज़र में, और आपने भी फैसला करना है कि कौन जुल्म का शिकार ज़्यादा, फैमिली मेरे नज़र में ये हैं जिन्होंने अपनी 1 एकड़ अराज़ी सेल करते हैं और अपनी बेटी के लिए, दोनों बेटियों के लिए वो जहेज़ का सामान बनाते हैं और बड़े शान और शौकत से अपनी दहलीज से अपनी बेटियों को उठाते हैं। और इनको क्या पता था कि हमारे सर के ऊपर ये कैसी बिजली और कैसा गम का पहाड़ गिरेगा और हमारे लिए इतना बड़ा इम्तहान बन जाएगा कि मेरी जो बेटी है वो बेवा हो जाएगी और मेरे दामाद को मेरी दहलीज के ऊपर कत्ल करके, और उसका जो इल्ज़ाम है वो भी इन्हीं के सर पे लगाया जाएगा। पुलिस भी अपनी तहकीक और तस्दीक दोनों कर रही है। हमारा यहाँ पर भी आने का जो मकसद है वो भी तहकीक और तस्दीक करने का था कि जो तमाम हकायक हैं वो भी आप लोगों के सामने रख सकें। आपने जो दीदो वाली उनके जो मदई मुकदमा हैं, जो दुल्हे के वालदैन हैं, उनका मौक़िफ़ भी आप लोगों ने सुना, और इनका जो मौक़िफ़ है दुल्हन वालों की तरफ से वो भी मौक़िफ़ आप लोगों के सामने रखा गया। पुलिस ने अपनी तहकीक और तस्दीक के बाद इन पाँचों जिनको मुल्ज़मान कहा जा रहा था उनको पुलिस की हिरासत से छोड़ दिया गया, और अपनी तहकीक के और तस्दीक के बाद, और जो बूटा है वो अभी पुलिस के ज़ेरे हिरासत है, वो अभी हवालात में है। वो उसने इतराफ़ जुर्म भी कर लिया है कि ये मेरा जो मामला हुआ था ये सिर्फ़ और सिर्फ सीट की वजह से, जो गाड़ी में बैठने की वजह से मामला हुआ, इसमें इनकी बेटी का या इनका कोई भी किसी तरह का भी कोई ऐसा मामला नहीं। और वो अदनान के साथ साथ जो सवेरा का भाई है इसको भी मारना चाहता था। खुशकिस्मती से ये वहाँ मौज़ाना तौर पर महफूज रहा और इसे कुछ भी नहीं हुआ। और बूटे ने अदनान को मौके पे मार के, और इसने ये भी बता दिया कि मेरा
जो मेरी जो अल्फ़ा सवेरा जो मेरी बहनों की तरह है, मेरा उसके साथ ऐसा भी कोई मामला, कोई ऐसा तल्लक नहीं था। और ये बेबुनियाद और जो झूठा इल्ज़ाम लगाया गया था अल्फ़ा सवेरा के ससुराल वालों की तरफ से, ये बिल्कुल झूठा है। उसमें किसी भी तरह की कोई भी सच्चाई नहीं है। और मैं अपने कैमरामैन से भी गुजारिश करूंगा कि वो थोड़ा सा कैमरा ज़रा नीचे घुमाएं और दिखाएं कि यहाँ पर अभी भी वो खून के कतरे जो अदनान को जहाँ पर जो एक कत्ल किया गया, ये कतरे अभी तक यहाँ पर पड़े हुए हैं। इसी जगह पर, वो जगह जय वकुआ है जहाँ पर अदनान को फायर मारकर कत्ल कर दिया गया। और इस फैमिली जो अभी जो अल्फ़ा सवेरा के वालिद हैं और इनकी पूरी फैमिली पे ये जो कहानी थी और ये जो दिन था और एक क़यामत से कम नहीं था। इस केस के मुतल्लक यहाँ पर और भी गांव वाले भी हैं और इनके अजीज़ और रिश्तेदार भी हैं, उनसे भी गुफ्तगू करेंगे। जो मुकम्मल हक़ाइक़ हैं वो भी आपके सामने रखेंगे। मिलते हैं अगली वीडियो में। आप और हम सब का अल्लाह निगहबान।